Good morning, 7th class. In today's video, we will discuss Geography's lesson 21st, Democracy and Equality. India is a democratic republic. ਭਾਰਤ ਜੋ ਹੈ ਉਹ ਇੱਕ ਲੋਕਤੰਤਰਿਕ ਗਣਰਾਜ ਹੈ। ਡੈਮੋਕ੍ਰੇਸੀ ਇਜ਼ ਅ ਫਾਰਮ ਆਫ ਗਵਰਨਮੈਂਟ ਵਿਚ ਇਜ਼ ਇਲੈਕਟਡ ਬਾਈ ਦ ਪੀਪਲ। ਜਿਹੜੀ ਡੈਮੋਕ੍ਰੇਸੀ ਹੈ ਇੱਕ ਅਜਿਹੀ ਸਰਕਾਰ ਦੀ ਕਿਸਮ ਹੈ, ਲੋਕਤੰਤਰ ਸਰਕਾਰ ਦੀ ਇੱਕ ਅਜਿਹੀ ਕਿਸਮ ਹੈ ਜਿਹਦੇ ਵਿੱਚ ਲੋਕ ਸਰਕਾਰ ਨੂੰ ਚੁਣਦੇ ਹਨ। ਇਨ ਅ ਡੈਮੋਕ੍ਰੇਟਿਕ ਕੰਟਰੀ ਦ ਸੁਪਰੀਮ ਪਾਵਰ ਆਫ ਗਵਰਨਮੈਂਟ ਲਾਈਜ਼ ਵਿਦ ਦ ਪੀਪਲ। ਲੋਕਤੰਤਰਿਕ ਦੇਸ਼ ਦੇ ਵਿੱਚ ਸਭ ਤੋਂ ਵੱਡੀ ਪਾਵਰ ਹੈ ਜਿਹੜੀ ਸਰਕਾਰ ਦੀ, ਉਹ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਪੀਪਲ ਹੈਵ ਦ ਰਾਈਟ ਟੂ ਪਾਰਟੀਸਪੇਟ ਇਨ ਦ ਸਟੇਟ ਗਵਰਨਮੈਂਟਸ ਡਾਇਰੈਕਟਲੀ ਔਰ ਇਨਡਾਇਰੈਕਟਲੀ। ਲੋਕ ਜਿਹੜੇ ਆਪਣੀ ਸਰਕਾਰ ਦੀ ਗਤੀਵਿਧੀਆਂ ਦੇ ਵਿੱਚ ਡਾਇਰੈਕਟ ਜਾਂ ਤਾਂ ਪਾਰਟੀਸਪੇਟ ਕਰਦੇ ਆ ਜਾਂ ਇਨਡਾਇਰੈਕਟ ਕਰਦੇ ਆ। ਡਾਇਰੈਕਟ ਮਤਲਬ ਜਦੋਂ ਉਹ ਸਰਕਾਰ ਨੂੰ ਖੁਦ ਚੁਣਦੇ ਆ, ਜਿਵੇਂ ਆਪਾਂ ਆਪਣੇ MLA ਚੁਣਦੇ ਹਾਂ ਤਾਂ ਉਹ ਕੀ ਆਪਣੀ ਡਾਇਰੈਕਟ ਪਾਰਟੀਸਪੇਸ਼ਨ ਹੈ। ਜਦੋਂ ਆਪਣੇ ਚੁਣੇ ਹੋਏ MLA ਅੱਗੋਂ ਜਾ ਕੇ ਆਪਣਾ ਪ੍ਰਤੀਨਿਧ ਚੁਣਦੇ ਆ ਤਾਂ ਉਹ ਆਪਣੀ ਇਨਡਾਇਰੈਕਟ ਜਿਹੜੀ ਪਾਰਟੀਸਪੇਸ਼ਨ ਹੁੰਦੀ ਆ। ਬਟ ਦੇ ਮੇ ਔਰ ਮੇ ਨਾਟ ਪਾਰਟੀਸਪੇਟ। ਇਹਦੇ ਵਿੱਚ ਲੋਕਾਂ ਦੀ ਇੱਛਾ ਦੇ ਨਾਲ ਸਰਕਾਰ ਚੁਣੀ ਜਾਂਦੀ ਆ, ਪਰ ਇਹ ਲੋਕਾਂ 'ਤੇ ਨਿਰਭਰ ਹੁੰਦਾ ਕਿ ਉਹ ਪਾਰਟੀਸਪੇਟ ਕਰਦੇ ਆ ਜਾਂ ਨਹੀਂ ਕਰਦੇ। ਜਿਵੇਂ ਹੁਣ ਭਾਰਤ ਦੇ ਵਿੱਚ ਜਦੋਂ ਵੋਟਾਂ ਹੁੰਦੀਆਂ ਤਾਂ ਸਾਰੇ ਲੋਕਾਂ ਨੂੰ ਕਿਹਾ ਜਾਂਦਾ ਵੀ ਵੋਟਾਂ ਪਾਓ, ਪਰ ਉਹਦੇ ਵਿੱਚੋਂ ਕੁਝ ਕੁ ਜਿਵੇਂ 60% ਲੋਕ ਜਾਂ 65% ਲੋਕ ਹੀ ਜਿਹੜੇ ਵੋਟਾਂ ਪਾਉਣ ਜਾਂਦੇ ਆ। ਪੀਪਲਸ ਰਿਪਰੈਜ਼ੈਂਟੇਟਿਵ ਪਾਰਟੀਸਪੇਟ ਡਾਇਰੈਕਟਲੀ ਵੇਅਰ ਐਜ਼ ਪੀਪਲ ਪਾਰਟੀਸਪੇਟ ਇਨਡਾਇਰੈਕਟਲੀ। ਜਿਹੜੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਆ, ਨੁਮਾਇੰਦੇ ਚੁਣੇ ਹੁੰਦੇ ਆ, ਜਿਨ੍ਹਾਂ ਨੂੰ ਵੋਟਾਂ ਪਾ ਕੇ ਆਪਾਂ ਚੁਣਦੇ ਆ, ਉਹ ਡਾਇਰੈਕਟ ਪਾਰਟੀਸਪੇਟ ਕਰਦੇ ਆ ਤੇ ਆਪਾਂ ਉਹਨਾਂ ਦੇ ਥਰੂ ਇਨਡਾਇਰੈਕਟ ਪਾਰਟੀਸਪੇਟ ਕਰਦੇ ਆ by electing their representative. In a democratic country, administrative policies are determined by the representative according to the will of the people. ਇਹਦੇ ਵਿੱਚ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹੁੰਦੇ ਆ ਉਹ ਲੋਕਾਂ ਦੀ ਇੱਛਾ ਦੇ ਅਨੁਸਾਰ ਹੈ ਜਿਹੜੇ ਉਹ ਕੰਮ ਕਰਦੇ ਆ, ਪਾਲਿਸੀਜ਼ ਬਣਾਉਂਦੇ ਆ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ। It is because of this that public opinion is very important institution of democracy. ਇਸੇ ਕਰਕੇ ਲੋਕਤੰਤਰ ਦੇ ਵਿੱਚ ਜਿਹੜੀ ਲੋਕਾਂ ਦੀ opinion ਹੈ, ਲੋਕ ਮਤ ਹੈ ਜਿਹੜਾ, ਇਹ ਇੱਕ ਬਹੁਤ ਜ਼ਰੂਰੀ ਆ। In a democratic country, people elect their representative through elections. ਇੱਕ ਲੋਕਤੰਤਰੀ ਰਾਜ ਦੇ ਵਿੱਚ, ਦੇਸ਼ ਦੇ ਵਿੱਚ ਲੋਕ ਆਪਣੇ ਰਿਪਰੈਜ਼ੈਂਟੇਟਿਵ ਖੁਦ ਚੁਣਦੇ ਆ, ਵੋਟਾਂ ਦੇ ਥਰੂ ਚੁਣਦੇ ਆ ਟੂ ਫਾਰਮ ਗਵਰਨਮੈਂਟ, ਸਰਕਾਰ ਬਣਾਉਣ ਦੇ ਲਈ। In case the government does not work well, people has the right to change it during next elections. ਜੇ ਉਹ ਲੋਕਾਂ ਦੇ ਅਨੁਸਾਰ ਸਰਕਾਰ ਕੰਮ ਨਹੀਂ ਕਰ ਰਹੀ, ਲੋਕਾਂ ਦੀਆਂ ਜਿਹੜੀਆਂ ਇੱਛਾਵਾਂ, ਲੋਕਾਂ ਦੇ ਜਿਹੜੇ ਉਹਨਾਂ ਤੋਂ ਉਮੀਦਾਂ ਹੁੰਦੀਆਂ ਉਹਨਾਂ 'ਤੇ ਖਰਾ ਨਹੀਂ ਉਤਰ ਰਹੀ, ਤਾਂ ਅਗਲੀ ਸਰਕਾਰ ਦੇ ਵਿੱਚ ਲੋਕਾਂ ਕੋਲ ਇਹ ਚੋਇਸ ਹੁੰਦੀ ਹੈ ਕਿ ਉਹਨਾਂ ਨੂੰ ਬਦਲ ਸਕਦੇ ਆ। Thus elections are also important instrument of democracy. ਇਸ ਲਈ ਜਿਹੜੇ ਇਲੈਕਸ਼ਨ ਆ ਇੱਕ ਜੰਤਰ ਹੈ, ਡੈਮੋਕ੍ਰੇਸੀ ਦਾ ਸਾਧਨ ਹੈ ਜਿਹੜਾ ਕਿ ਬਹੁਤ ਮਹੱਤਵਪੂਰਨ ਹੈ। ਇਨ ਅ ਡੈਮੋਕ੍ਰੇਟਿਕ ਕੰਟਰੀ ਦੇਅਰ ਆਰ ਟੂ ਟਾਈਪ ਆਫ ਹੈਡਸ। ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਦੋ ਪ੍ਰਕਾਰ ਦੇ ਮੁਖੀ ਹੁੰਦੇ ਆ, ਨੋਮੀਨਲ ਐਂਡ ਰੀਅਲ। ਇੱਕ ਅਸਲੀ ਮੁਖੀ ਹੁੰਦਾ, ਜਿਹਦੇ ਇੱਕ ਕੀ ਹੁੰਦਾ, ਨਾਮਾਤਰ ਮੁਖੀ। In a country, president is nominal head of the state at the center. ਸਾਡੇ ਦੇਸ਼ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਉਹ ਨਾਮਾਤਰ ਮੁਖੀ ਹੁੰਦਾ ਹੈ, ਵੇਅਰ ਐਸ ਗਵਰਨਰ ਇਜ਼ the nominal head of the state government. ਤੇ ਜਿਹੜਾ ਰਾਜਪਾਲ ਹੁੰਦਾ, ਗਵਰਨਰ ਹੁੰਦਾ, ਉਹ ਸਟੇਟ ਦਾ ਨਾਮਾਤਰ ਮੁਖੀ ਹੁੰਦਾ। ਪ੍ਰਾਈਮ ਮਿਨਿਸਟਰ ਐਂਡ ਚੀਫ ਮਿਨਿਸਟਰ ਆਰ the heads of the governor at the center and state level respectively. ਅਸਲੀ ਮੁਖੀ ਕੌਣ ਹੁੰਦਾ? ਪ੍ਰਧਾਨ ਮੰਤਰੀ ਕੇਂਦਰ ਲੈਵਲ 'ਤੇ ਹੁੰਦਾ, ਸੈਂਟਰ ਲੈਵਲ 'ਤੇ, ਤੇ ਜਿਹੜਾ ਮੁੱਖ ਮੰਤਰੀ ਆ ਉਹ ਸਟੇਟ ਲੈਵਲ 'ਤੇ ਹੁੰਦਾ। ਅ ਡੈਮੋਕ੍ਰੇਟਿਕ ਕੰਟਰੀ ਵੇਅਰ ਹੈਡ ਆਫ ਦ ਕੰਟਰੀ ਇਜ਼ ਇਲੈਕਟਡ ਇਜ਼ ਨੋਨ ਐਜ਼ ਰਿਪਬਲਿਕ। ਇੱਕ ਡੈਮੋਕ੍ਰੇਟਿਕ ਕੰਟਰੀ ਜਿਹਦੇ ਵਿੱਚ ਕੀ ਆ, ਲੋਕਾਂ ਦਾ ਜਿਹੜਾ ਮੁਖੀ ਆ, ਦੇਸ਼ ਦਾ ਮੁਖੀ ਚੁਣਿਆ ਜਾਂਦਾ, ਉਹਨੂੰ ਕੀ ਆਪਾਂ ਗਣਰਾਜ ਬੋਲਦੇ ਹਾਂ। ਔਰ ਪ੍ਰੈਜ਼ੀਡੈਂਟ ਇਜ਼ ਐਨ ਇਲੈਕਟਡ ਐਗਜ਼ੀਕਿਊਟਿਵ ਹੈਡ। ਸਾਡਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਇੱਕ ਇਲੈਕਟਡ ਐਗਜ਼ੀਕਿਊਟਿਵ ਹੈਡ ਹੁੰਦਾ। ਦਸ ਅ ਕੰਟਰੀ ਇਜ਼ ਨੋਨ ਐਜ਼ ਡੈਮੋਕ੍ਰੇਟਿਕ ਰਿਪਬਲਿਕ। ਇਸੇ ਕਰਕੇ ਸਾਡੀ ਕੰਟਰੀ ਨੂੰ ਅਸੀਂ ਕਹਿੰਦੇ ਹਾਂ ਡੈਮੋਕ੍ਰੇਟਿਕ ਰਿਪਬਲਿਕ। In some of the democratic countries, head is not elected but acquire the headship through heredity.
ਕਈ ਡੈਮੋਕ੍ਰੇਟਿਕ ਕੰਟਰੀਜ਼ ਅਜਿਹੋ ਜਿਹੀਆਂ ਹੁੰਦੀਆਂ ਜਿਹੜਾ ਕਿ ਚੁਣਿਆ ਨਹੀਂ ਜਾਂਦਾ, ਬਲਕਿ ਉਹਨੂੰ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਦੇ ਵਿੱਚ ਉਹ ਗੱਦੀ ਮਿਲਦੀ ਆ। ਤੇ ਹੈਡ ਆਫ ਸੱਚ ਅ ਕੰਟਰੀ ਇਜ਼ ਈਦਰ ਕਿੰਗ ਔਰ ਕੁਈਨ। ਇਹਦੇ ਵਿੱਚ ਕੀ ਹੈ, ਹੈਡ ਜਾਂ ਤਾਂ ਰਾਜਾ ਹੁੰਦਾ ਜਾਂ ਰਾਣੀ ਹੁੰਦਾ। ਐਜ਼ ਵੀ ਫਾਈਂਡ ਇਨ ਇੰਗਲੈਂਡ, ਜਿਵੇਂ ਕਿ ਆਪਾਂ ਇੰਗਲੈਂਡ ਦੇ ਵਿੱਚ ਇਹ ਸਿਸਟਮ ਹੈਗਾ ਦੇਖਦੇ ਹਾਂ। There is another form of government which is known as dictatorship। ਇੱਕ ਹੋਰ ਜਿਹੜੀ ਸਰਕਾਰ ਦੀ ਰੂਪ ਹੈਗਾ ਜਿਹਨੂੰ ਅਸੀਂ ਡਿਕਟੇਟਰਸ਼ਿਪ ਬੋਲਦੇ ਹਾਂ, ਤਾਨਾਸ਼ਾਹ ਬੋਲਦੇ ਹਾਂ। Where the ruling power rests with a single dictator or group of dictators। ਇਹਦੇ ਵਿੱਚ ਜਿਹੜੀ ਪਾਵਰ ਹੁੰਦੀ ਹੈ ਸਾਰੀ ਇੱਕ ਸਿੰਗਲ ਬੰਦੇ ਕੋਲੇ ਹੁੰਦੀ ਹੈ, ਡਿਕਟੇਟਰ ਕੋਲੇ ਹੁੰਦੀ ਹੈ, ਜਾਂ ਕਿ ਉਹਨਾਂ ਦਾ ਗਰੁੱਪ ਹੁੰਦਾ ਇੱਕ, ਉਹਨਾਂ ਕੋਲੇ ਹੁੰਦੀ ਆ। In such a country, neither elections are held nor the government is run according to people's will। ਅਜਿਹੇ ਦੇਸ਼ ਦੇ ਵਿੱਚ ਨਾ ਤਾਂ ਵੋਟਾਂ ਪੈਂਦੀਆਂ ਤੇ ਨਾ ਹੀ ਕੀ ਹੁੰਦਾ ਵੀ ਲੋਕਾਂ ਦੇ ਅਨੁਸਾਰ ਕਿਸੇ ਨੂੰ ਚੁਣਿਆ ਜਾਂਦਾ, ਲੋਕਾਂ ਦੀ ਇੱਛਾ ਨੂੰ ਨਹੀਂ ਪੁੱਛਿਆ ਜਾਂਦਾ, ਮਰਜ਼ੀ ਨੂੰ ਨਹੀਂ ਪੁੱਛਿਆ ਜਾਂਦਾ ਲੋਕਾਂ ਦੀ। The power lies with the dictator। ਜਿਹੜੀ ਸਾਰੀ ਸ਼ਕਤੀ ਹੁੰਦੀ ਆ ਉਹ ਇੱਕ ਡਿਕਟੇਟਰ ਕੋਲੇ, ਜਿਹੜਾ ਤਾਨਾਸ਼ਾਹ ਹੁੰਦਾ ਉਹਦੇ ਕੋਲੇ ਹੁੰਦੀ ਆ। Whose order is the law of the land and people act according to his will। ਜਿਹਦਾ ਆਰਡਰ ਹੈ ਕਿ ਉਹ ਮੰਨਣਾ ਹੀ ਹੁੰਦਾ ਤੇ ਲੋਕਾਂ ਨੂੰ ਉਹਦੀ ਇੱਛਾ ਦੇ ਅਨੁਸਾਰ ਕੰਮ ਕਰਨਾ। Democracy meaning, democracy is the form of government in which the representative are elected by the people। ਡੈਮੋਕ੍ਰੇਸੀ ਇੱਕ ਅਜਿਹੀ ਸਰਕਾਰ ਦੀ ਕਿਸਮ ਹੈ ਜਿਹਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਹੈ, ਪ੍ਰਤੀਨਿਧੀ ਹੁੰਦੇ ਆ, ਲੋਕਾਂ ਦੁਆਰਾ ਚੁਣੇ ਜਾਂਦੇ ਆ। ਡੈਮੋਕ੍ਰੇਸੀ ਇਜ਼ ਪੀਪਲਸ ਓਨ ਗਵਰਨਮੈਂਟ। ਡੈਮੋਕ੍ਰੇਸੀ ਕੀ ਹੈ, ਲੋਕਾਂ ਦੀ ਆਪ ਦੀ ਸਰਕਾਰ ਹੁੰਦੀ ਆ। ਇਟ ਮੀਨਸ ਦੈਟ ਦ ਐਡਮਿਨਿਸਟ੍ਰੇਸ਼ਨ ਇਜ਼ ਰਨ ਅਕੋਰਡਿੰਗ ਟੂ ਪੀਪਲਸ ਵਿਲ। ਇਹਦੇ ਵਿੱਚ ਕੀ ਹੈ, ਜਿਹੜਾ ਸਮੁੱਚਾ ਸ਼ਾਸਨ ਪ੍ਰਬੰਧ ਆ ਲੋਕਾਂ ਦੀ ਇੱਛਾ ਦੇ ਅਨੁਸਾਰ ਚਲਾਇਆ ਜਾਂਦਾ। ਲੀਗਲੀ ਆਲਸੋ ਪਾਵਰ ਟੂ ਰਨ ਦ ਐਡਮਿਨਿਸਟ੍ਰੇਟਰਸ ਵਿਦ ਦਾ ਪੀਪਲ। ਤੇ ਲੋਕਾਂ ਕੋਲੇ ਪਾਵਰ ਹੁੰਦੀ ਆ ਵੀ ਉਹ ਸਰਕਾਰ ਨੂੰ ਚੈਲੰਜ ਕਰ ਸਕਦੇ ਆ। ਇਨ ਅ ਡੈਮੋਕ੍ਰੇਸੀ ਪਾਵਰ ਟੂ ਫਾਈਨਲ ਡਿਸੀਜ਼ਨ ਮੇਕਿੰਗ ਲਾਈ ਵਿਦ ਦਾ ਪੀਪਲ। ਤੇ ਜਿਹੜਾ ਫਾਈਨਲ ਡਿਸੀਜ਼ਨ ਹੁੰਦਾ ਉਹ ਲੋਕਾਂ ਕੋਲੇ ਹੁੰਦਾ। ਇਟ ਇਜ਼ ਅ ਰੂਲ ਆਫ ਲਾਅ ਵਿਚ ਪ੍ਰੀਵੇਲ ਇਨ ਡੈਮੋਕ੍ਰੇਟਿਕ ਕੰਟਰੀ। ਤੇ ਇਹਦੇ ਵਿੱਚ ਕੀ ਆ, ਕਾਨੂੰਨ ਦਾ ਰਾਜ ਹੁੰਦਾ, ਕਾਨੂੰਨ ਦੇ ਅਨੁਸਾਰ ਹੀ ਸਰਕਾਰ ਕੰਮ ਕਰੂਗੀ। Democratic government is being framed by the people and work for the people's welfare। ਜਿਹੜੀ ਲੋਕਤੰਤਰਿਕ ਸਰਕਾਰ ਹੈ ਉਹ ਲੋਕਾਂ ਦੁਆਰਾ ਬਣਾਈ ਗਈ ਹੁੰਦੀ ਹੈ ਤੇ ਲੋਕਾਂ ਦੇ ਚੰਗੇ ਦੇ ਲਈ ਬਣਾਈ ਗਈ ਹੈ, ਲੋਕਾਂ ਦਾ ਭਲਾ ਕਰਨ ਦੇ ਲਈ। According to Abraham Lincoln, democracy is the government of the people, by the people and for the people। ਇਬਰਾਹਿਮ ਲਿੰਕਨ ਇਹਦੇ ਬਾਰੇ ਕਹਿੰਦੇ ਆ ਵੀ ਜਿਹੜੀ ਲੋਕਤੰਤਰ ਹੁੰਦਾ, ਸਰਕਾਰ ਹੁੰਦੀ ਹੈ ਲੋਕਤੰਤਰਿਕ, ਉਹ ਕੀ ਆ, ਆਫ ਦਾ ਪੀਪਲ, ਲੋਕਾਂ ਦੀ ਹੁੰਦੀ ਹੈ, ਲੋਕਾਂ ਦੁਆਰਾ ਚੁਣੀ ਹੁੰਦੀ ਹੈ ਤੇ ਲੋਕਾਂ ਦੇ ਲਈ ਚੁਣੀ ਹੁੰਦੀ ਆ। ਰੀਜ਼ਨ ਆਫ ਡੈਮੋਕ੍ਰੇਸੀ ਇਨ ਮਾਡਰਨ ਸੋਸਾਇਟੀਜ਼। ਡੈਮੋਕ੍ਰੇਸੀ ਆਰਗੇਨਾਈਜ਼ਡ ਇਨ ਗ੍ਰੀਕ ਸਿਟੀ ਆਫ ਏਥਨਸ। ਡੈਮੋਕ੍ਰੇਸੀ ਹੈ ਜਿਹੜੀ ਉਹ ਗ੍ਰੀਕ ਸ਼ਹਿਰ ਜਿਹੜਾ ਸੀਗਾ ਏਥਨਸ, ਉੱਥੇ ਸਭ ਤੋਂ ਪਹਿਲਾਂ ਸ਼ੁਰੂ ਹੋਈ। ਹੈਜ਼ ਬੀਨ ਪ੍ਰੈਕਟਿਸਡ ਫॉर ਅਮੰਗ ਆਲਮੋਸਟ 2,500। ਲਗਭਗ 2500 ਸਾਲ ਪਹਿਲਾਂ ਇਹ ਪ੍ਰਥਾ ਸ਼ੁਰੂ ਹੋਈ ਸੀ ਇਸ ਸ਼ਹਿਰ ਦੇ ਵਿੱਚ, ਏਥਨਸ ਸ਼ਹਿਰ ਦੇ ਵਿੱਚ। ਇਟ ਇਜ਼ ਲਰਨਡ ਦੈਟ ਪੀਪਲ ਆਫ ਏਥਨਸ ਯੂਜ਼ ਟੂ ਗੈਟ ਟੂਗੈਦਰ ਐਟ ਵਨ ਪਲੇਸ ਮੈਨੀ ਅ ਟਾਈਮ ਇਨ ਈਅਰ ਵੇਅਰ ਦੇ ਯੂਜ਼ ਟੂ ਫਰੇਮ ਲਾਅ ਇਨ ਦ ਜਨਰਲ ਅਸੈਂਬਲੀ। ਇਹਦੇ ਵਿੱਚ ਕਿਹਾ ਗਿਆ ਸੀਗਾ ਵੀ ਜਿਹੜੇ ਏਥਨਸ ਸ਼ਹਿਰ ਦੇ ਲੋਕ ਸੀਗੇ ਉਹ ਸਾਲ ਦੇ ਵਿੱਚ ਕਈ ਵਾਰੀ ਇਕੱਠੇ ਹੁੰਦੇ ਸੀਗੇ, ਕਾਨੂੰਨ ਬਣਾਉਂਦੇ ਸੀਗੇ ਤੇ ਆਪਸੀ ਮਤੇ ਨਾਲ ਉਹਨਾਂ ਨੂੰ ਲਾਗੂ ਕਰਦੇ ਸੀ। ਦਿਸ ਵਾਜ਼ ਪੋਸੀਬਲ ਐਜ਼ ਦ ਨੰਬਰ ਆਫ ਪੀਪਲ ਵਾਜ਼ ਲੈਸ ਐਂਡ ਕੁਡ ਬੀ ਅਕੋਮੋਡੇਟਡ ਟੂਗੈਦਰ। ਇਹ ਉਦੋਂ ਪੋਸੀਬਲ ਸੀਗਾ ਕਿਉਂਕਿ ਲੋਕਾਂ ਦੀ ਜਿਹੜੀ ਗਿਣਤੀ ਸੀਗੀ ਉਹ ਘੱਟ ਸੀ ਉਦੋਂ ਤੇ ਉਹਨਾਂ ਨੂੰ ਇਕੱਠਾ ਕਰਨਾ ਸੌਖਾ ਸੀਗਾ। ਦ ਸਿਟੀਜ਼ਨ ਪਲੇਡ ਇਕੁਅਲ ਪਾਰਟ ਇਨ ਦਾ ਡਿਸੀਜ਼ਨ ਮੇਕਿੰਗ। ਲੋਕ ਜਿਹੜੇ ਸੀਗੇ ਫੈਸਲੇ ਲਾਗੂ ਕਰਨ ਦੇ ਵਿੱਚ ਆਪਣਾ ਇਕੁਅਲ ਪਾਰਟਿਸਿਪੇਟ ਕਰਦੇ ਸੀਗੇ। However, women and foreigners were not allowed to vote for
ਡਿਸੀਜ਼ਨ ਮੇਕਿੰਗ। ਇਹਦੇ ਵਿੱਚ ਕੀ ਸੀ, ਔਰਤਾਂ ਨੂੰ ਹੱਕ ਨਹੀਂ ਸੀਗਾ ਤੇ ਜਿਹੜੇ ਹੋਰ ਵਿਦੇਸ਼ਾਂ ਤੋਂ ਆਏ ਸੀਗੇ ਉਹਨਾਂ ਨੂੰ ਕੋਈ ਹੱਕ ਨਹੀਂ ਹੁੰਦਾ ਸੀ ਪਾਰਟਿਸਿਪੇਟ ਕਰਨ ਦਾ। ਸੱਚ ਅ ਡੈਮੋਕ੍ਰੇਸੀ ਇਜ਼ ਨੋਨ ਐਜ਼ ਡਾਇਰੈਕਟ ਡੈਮੋਕ੍ਰੇਸੀ ਵੇਅਰ ਡਿਸੀਜ਼ਨਸ ਵਰ ਟੇਕਨ ਡਾਇਰੈਕਟਲੀ ਬਾਈ ਦਾ ਪੀਪਲ। ਇਸ ਡੈਮੋਕ੍ਰੇਸੀ ਨੂੰ ਕੀ ਡਾਇਰੈਕਟ ਡੈਮੋਕ੍ਰੇਸੀ ਕਿਹਾ ਗਿਆ ਕਿਉਂਕਿ ਲੋਕ ਡਾਇਰੈਕਟ ਖੁਦ ਫੈਸਲੇ ਲੈਂਦੇ ਸੀਗੇ। ਮਾਡਰਨ ਡੈਮੋਕ੍ਰੇਸੀ ਹੈਜ਼ ਅਮਰਜਡ ਇਨ ਯੂਰਪੀਅਨ ਕੰਟਰੀਜ਼। ਜਿਹੜੀ ਅੱਜ ਦੀ ਮਾਡਰਨ ਆਧੁਨਿਕ ਡੈਮੋਕ੍ਰੇਸੀ ਹੈ ਇਹ ਯੂਰਪੀਅਨ ਕੰਟਰੀ ਦੇ ਵਿੱਚ ਸ਼ੁਰੂ ਹੋਈ ਸੀ। The new principle, government should run by the laws made by the people's representative। ਇਹਦੇ ਵਿੱਚ ਸਰਕਾਰ ਕਿਹੜੀ ਆ, ਕਾਨੂੰਨ ਦੁਆਰਾ ਚੱਲੂਗੀ। ਜਿਹੜਾ ਲੋਕਾਂ ਦੇ ਪ੍ਰਤੀਨਿਧ ਚੁਣੇ ਆ, ਲੋਕਾਂ ਨੇ ਆਪਦੇ ਨੁਮਾਇੰਦੇ ਚੁਣੇ ਆ, ਉਹ ਲੋਕਾਂ ਦੀ ਜਿਹੜੀਆਂ ਗੱਲਾਂ ਹੈਗੀਆਂ, ਲੋਕਾਂ ਦੀਆਂ ਜਿਹੜੇ ਟੀਚੇ ਆ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਦੇ ਆ। which was evolved after the glorious revolution of England in the 17th century and French Revolution in the 18th century। ਇਹਦੇ ਵਿੱਚ ਜ਼ਿਆਦਾ ਵਿਕਾਸ ਕਦੋਂ ਹੋਇਆ, ਜਦੋਂ ਇੰਗਲੈਂਡ ਦੇ ਵਿੱਚ 17ਵੀਂ ਸਦੀ ਦੇ ਵਿੱਚ ਸ਼ਾਨਦਾਰ ਕ੍ਰਾਂਤੀ ਆਈ ਜਿਹੜੀ ਕਿ 1688 ਈਸਵੀ ਦੇ ਵਿੱਚ ਆਈ ਸੀਗੀ, ਤੇ ਜਿਹੜੀ ਫਰਾਂਸ ਦੀ ਕ੍ਰਾਂਤੀ ਹੋਈ ਸੀਗੀ ਉਹਦੇ ਤੋਂ ਇਹਦੇ ਵਿੱਚ ਜ਼ਿਆਦਾ ਨਿਖਾਰ ਆਇਆ, ਹੋਰ ਇਸ ਚੀਜ਼ ਨੂੰ ਬੜਾਵਾ ਮਿਲਿਆ, ਹੋਰ ਦੇਸ਼ਾਂ ਤੱਕ ਇਹ ਗੱਲ ਪਹੁੰਚੀ। These great revolutions gave birth to another principle which further strengthened the roots of democracy। ਇਹ ਜਿਹੜੀਆਂ ਮਹਾਨ ਕ੍ਰਾਂਤੀਆਂ ਹੋਈਆਂ ਸੀਗੀਆਂ ਇਹਨੇ ਕਈ ਪ੍ਰਿੰਸੀਪਲ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਜਨਮ ਦਿੱਤਾ, ਜਿਹੜੇ ਅੱਗੇ ਜਾ ਕੇ ਕੀ ਸੀ, ਡੈਮੋਕ੍ਰੇਸੀ ਦੀਆਂ ਜੜ੍ਹਾਂ ਬਣੇ। It was the principle of accountability and or responsibility which means the government must be responsible to the people। ਇਹਦੇ ਵਿੱਚ ਕੀ ਆ, ਸਰਕਾਰ ਆ ਜਿਹੜੀ ਉਹ ਜਵਾਬਦੇਹ ਹੁੰਦੀ ਆ ਲੋਕਾਂ ਦੇ ਪ੍ਰਤੀ। Initially the number of electors was very limited and small। ਸ਼ੁਰੂ ਦੇ ਵਿੱਚ ਇਹਦੇ ਜਿਹੜੇ ਨੰਬਰ ਸੀਗੇ ਘੱਟ ਬਹੁਤ ਸੀਗੇ। with the passage of time right to vote was given to middle class people and women as well। ਕਿਉਂਕਿ ਸ਼ੁਰੂ ਦੇ ਵਿੱਚ ਸਿਰਫ ਹਾਈ ਜਿਹੜੀ ਸੁਸਾਇਟੀ ਸੀਗੀ ਉਹਨਾਂ ਦੇ ਕੋਲ ਹੀ ਵੋਟ ਪਾਉਣ ਦਾ ਹੱਕ ਸੀਗਾ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤੇ ਜਿਹੜੀਆਂ ਮਿਡਲ ਕਲਾਸ ਸੀਗੀਆਂ ਉਹਨਾਂ ਨੂੰ ਵੀ ਵੋਟ ਪਾਉਣ ਦਾ ਹੱਕ ਮਿਲਿਆ ਤੇ ਔਰਤਾਂ ਨੂੰ ਵੀ ਹੱਕ ਮਿਲਿਆ ਵੋਟ ਪਾਉਣ ਦਾ। as the basic principle of democracy is equality। ਜਿਹੜੀ ਡੈਮੋਕ੍ਰੇਸੀ ਆ ਉਹਦਾ ਮੇਨ ਬੇਸਿਕ ਜਿਹੜਾ ਪ੍ਰਿੰਸੀਪਲ ਆ ਉਹ ਸਮਾਨਤਾ। The provision of universal franchises which is based on the right of equality was must। ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਗਈ ਹੈ ਵੀ ਇਹਦੇ ਵਿੱਚ ਰਾਈਟ ਆਫ ਇਕੁਐਲਿਟੀ ਜ਼ਰੂਰ ਹੋਣਾ ਚਾਹੀਦਾ। ਸਾਰੇ ਲੋਕ ਕਾਨੂੰਨ ਦੀ ਨਜ਼ਰ ਦੇ ਵਿੱਚ ਬਰਾਬਰ ਆ, ਬਰਾਬਰ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਆ, ਆਪਦੇ ਪ੍ਰਤੀਨਿਧ ਚੁਣਨ ਦਾ ਹੱਕ ਆ। In the 19th and 20th century the right to equality was further strengthened। 19ਵੀਂ ਤੇ 20ਵੀਂ ਸਦੀ ਦੇ ਵਿੱਚ ਜਿਹੜਾ ਇਹ ਸਮਾਨਤਾ ਦਾ ਅਧਿਕਾਰ ਸੀਗਾ ਇਹਨੂੰ ਜ਼ਿਆਦਾ ਬਲ ਮਿਲਿਆ, ਸ਼ਕਤੀ ਮਿਲੀ ਇਹਨੂੰ। Earlier the principle of equality was limited to the political life। ਸ਼ੁਰੂ ਦੇ ਵਿੱਚ ਇਹ ਸਿਰਫ ਰਾਜਨੀਤਿਕ ਜ਼ਿੰਦਗੀ ਨਾਲ ਹੀ ਸੰਬੰਧਿਤ ਸੀਗਾ। which ensured people to vote for to all adult citizens। ਇਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਵੀ ਅਡਲਟ ਹੈ 18 ਸਾਲ ਤੋਂ ਵੱਧ ਉਮਰ ਦੇ ਸਾਰਿਆਂ ਨੂੰ ਹੱਕ ਹੈਗਾ ਵੋਟ ਪਾਉਣ ਦਾ। Ultimately this is equality was further established in the social as well as economic field। ਫਿਰ ਇਹ ਜਿਹੜਾ ਇਕੁਐਲਿਟੀ ਦਾ ਸਿਧਾਂਤ ਸੀਗਾ ਪਹਿਲਾਂ ਇਹ ਰਾਜਨੀਤੀ ਵਿੱਚ ਸੀਗਾ, ਫਿਰ ਸਾਡੇ ਸਮਾਜਿਕ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਵੀ ਤੇ ਸਾਡੀ ਆਰਥਿਕ ਜਿਹੜਾ ਸਾਡਾ ਫੀਲਡ ਹੈਗਾ ਉਹਦੇ ਵਿੱਚ ਵੀ ਇਹ ਲਾਗੂ ਹੋਇਆ। Thus the democracy is based on the principle rule of law। ਡੈਮੋਕ੍ਰੇਸੀ ਦੇ ਮੁੱਖ ਸਿਧਾਂਤ ਕਿਹੜੇ ਆ, ਕਿੰਨਾ ਤੇ ਇਹ ਕੰਮ ਕਰਦੀ ਆ, ਇਹਦੇ ਵਿੱਚ ਕੀ ਆ, ਕਾਨੂੰਨ ਦਾ ਜਿਹੜਾ ਕੀ ਆ ਰਾਜ ਹੁੰਦਾ। ਅਕਾਊਂਟੇਬਿਲਿਟੀ ਆ, ਸਰਕਾਰ ਰਿਸਪੌਂਸੀਬਲ ਆ ਲੋਕਾਂ ਦੇ ਪ੍ਰਤੀ। ਯੂਨੀਵਰਸਲ ਅਡਲਟ ਫਰੈਂਚਾਈਜ਼ਿਸ ਆ ਵੀ ਜਿਹੜੇ ਵੀ ਅਡਲਟ ਆ ਬਾਲਗ ਆ ਕਿਸੇ ਵੀ ਦੇਸ਼ ਦੇ ਉਹ ਸਾਰੇ ਪਾਰਟੀਸਪੇਟ ਕਰ ਸਕਦੇ ਡੈਮੋਕ੍ਰੇਸੀ ਦੇ ਵਿੱਚ, ਆਪਦਾ ਪ੍ਰਤੀਨਿਧ ਚੁਣ ਸਕਦੇ ਆ, ਆਪਦੀ ਇੱਛਾ ਦੇ ਅਨੁਸਾਰ ਸਰਕਾਰ ਚੁਣ ਸਕਦੇ ਆ। ਐਂਡ ਇਕੁਐਲਿਟੀ ਇਜ਼ ਦਾ ਇਨ ਦਾ ਪੋਲੀਟੀਕਲ ਇਕਨੋਮਿਕ ਐਜ਼ ਵੈਲ ਐਜ਼ ਸੋਸ਼ਲ ਲਾਈਫ। ਤੇ ਸਾਨੂੰ ਰਾਜਨੀਤਿਕ ਜ਼ਿੰਦਗੀ ਵਿੱਚ ਵੀ ਸਮਾਨਤਾ ਲਾਗੂ ਹੁੰਦੀ ਹੈ ਸਾਡੇ ਤੇ, ਆਰਥਿਕ ਦੇ ਵਿੱਚ ਵੀ ਤੇ ਸਮਾਜਿਕ ਦੇ ਵਿੱਚ ਵੀ। ਐਜ਼ ਦਾ ਪਾਪੂਲੇਸ਼ਨ ਆਫ ਸਟੇਟ ਗੋ ਔਨ ਇਨਕਰੀਜ਼ਿੰਗ ਈਅਰ ਬਾਈ ਈਅਰ, ਜਿਵੇਂ ਕਿ ਜਿਹੜੀ ਸਾਡੀ ਜਨਸੰਖਿਆ ਉਹ ਸਾਲ ਦਰ ਸਾਲ ਵੱਧਦੀ ਜਾਂਦੀ ਆ। The type of direct democracy changed its form into indirect democracy।
ਔਰ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ, ਕਿਉਂਕਿ ਇੰਨੇ ਲੋਕ ਇਕੱਠੇ ਹੋ ਕੇ ਆਪਦੇ ਜਿਹੜੇ ਵਿਊਜ਼ ਆ ਉਹ ਇੱਕ ਮੰਚ ਤੇ ਨਹੀਂ ਦੇ ਸਕਦੇ। ਇਸੇ ਕਰਕੇ ਕੀ ਆ, ਇਨਡਾਇਰੈਕਟ ਡੈਮੋਕ੍ਰੇਸੀ ਬਣ ਗਈ ਵੀ ਜਿਹੜੇ ਲੋਕ ਆ ਆਪਦਾ ਉਹ ਪ੍ਰਤੀਨਿਧ ਚੁਣਨਗੇ, ਜਿਵੇਂ ਆਪਾਂ ਆਪਣਾ MLA ਚੁਣ ਕੇ ਭੇਜਦੇ ਹਾਂ, ਤੇ ਜਿਹੜਾ ਸਾਡਾ MLA ਹੁੰਦਾ ਉਹ ਸਾਡੀਆਂ ਮੰਗਾਂ ਨੂੰ, ਸਾਡੀਆਂ ਲੋੜਾਂ ਨੂੰ ਅੱਗੇ ਸਰਕਾਰ ਤੱਕ ਪਹੁੰਚਾਉਂਦਾ। ਠੀਕ ਹੈ, ਆਪਾਂ ਸਾਰੇ ਇੰਨੇ ਜਾਣੇ ਇਕੱਠੇ ਹੋ ਕੇ ਜਾਵਾਂਗੇ ਤਾਂ ਪੋਸੀਬਲ ਹੀ ਨਹੀਂ ਹੈਗਾ ਇਹ ਅੱਜ ਦੇ ਟਾਈਮ ਦੇ ਵਿੱਚ। With the advent of universal franchises, the number of voters has increased to a great extent. ਕਿਉਂਕਿ ਯੂਨੀਵਰਸਲ ਫਰੈਂਚਾਈਜ਼ਿਸ ਦੇ ਨਾਲ ਜਦੋਂ ਸਾਰੇ ਬਾਲਗ ਲੋਕਾਂ ਨੂੰ, ਜਿਹੜੇ 18 ਸਾਲ ਤੋਂ ਉੱਪਰ ਹੈ, ਜਿਵੇਂ ਇੰਡੀਆ ਦੇ ਵਿੱਚ 18 ਸਾਲ ਦੀ ਉਮਰ ਜਦੋਂ ਆਪਾਂ ਕ੍ਰੋਸ ਕਰ ਜਾਂਦੇ ਹਾਂ ਤਾਂ ਆਪਾਂ ਇੱਕ ਕੀ ਆ, ਬਾਲਗ ਅਡਲਟ ਹੋ ਜਾਂਦੇ ਹਾਂ, ਤਾਂ ਜਿਹੜੇ ਇੰਨੇ ਲੋਕਾਂ ਨੂੰ ਅਧਿਕਾਰ ਮਿਲ ਗਿਆ ਤਾਂ ਉਹਦੇ ਨਾਲ ਗਿਣਤੀ ਕਾਫੀ ਵੱਧ ਗਈ ਸੀਗੀ। ਪੀਪਲ ਸਟਾਰਟਡ ਇਲੈਕਟਿੰਗ ਦੇਅਰ ਰਿਪਰੈਜ਼ੈਂਟੇਟਿਵ ਹੂ ਮੇਕ ਐਂਡ ਇੰਪਲੀਮੈਂਟ ਲਾਜ਼। ਲੋਕ ਹੁਣ ਕੀ ਆ, ਉਹਨਾਂ ਲੋਕਾਂ ਨੂੰ ਚੁਣਦੇ ਆ ਜਿਹੜੇ ਸਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਂਦੇ ਆ, ਸਾਡੇ ਲਈ ਕਾਨੂੰਨ ਦਾ ਨਿਰਮਾਣ ਕਰਵਾਉਂਦੇ ਆ। ਲੋਕ ਫॉर द people. This type of democracy is known as indirect or representative democracy. ਇਹਨੂੰ ਕੀ ਆ, indirect ਕਹਿੰਦੇ ਆ ਕਿਉਂਕਿ ਆਪਾਂ ਸਿੱਧੇ ਤੌਰ ਤੇ ਸਰਕਾਰ ਦੇ ਨਾਲ ਨਹੀਂ ਹੁੰਦੇ, ਆਪਾਂ ਆਪਣੇ ਰਿਪਰੈਜ਼ੈਂਟੇਟਿਵ ਚੁਣ ਕੇ ਭੇਜਦੇ ਹਾਂ ਤੇ ਉਹ ਸਾਡੀਆਂ ਜਿਹੜੀਆਂ ਮੰਗਾਂ ਹੁੰਦੀਆਂ, ਸਾਡੀਆਂ ਲੋੜਾਂ, ਸਾਡੇ ਟੀਚੇ ਉਹ ਸਰਕਾਰ ਤੱਕ ਪਹੁੰਚਾਉਂਦਾ।